ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਕਥ। ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕਉ ਸਮਰਥ। ਤੂੰ ਚਉ ਸੱਜਣ ਮੰਡਿਆਉ ਦੇਈ ਸਿਸ ਉਤਾਰ। ਨੈਣ ਮਹੰ ਜੇ ਤਰਸਦੇ ਕਦ ਪਸੀ ਦੀਦਾਰ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਨਿਤਨੇਮ ਦੀਆਂ ਅਮੋਲਕ ਦਾਤਾਂ, ਸੰਗਤਾਂ ਦੇ ਦਰਸ਼ਨ ਮੇਲੇ ਮਹਾਰਾਜ ਨੇ ਬਖਸ਼ੇ ਨੇ। ਜੋ ਵੀ ਰੱਬ ਦੇ, ਖੁਦਾ ਦੇ, ਅੱਲਾ ਦੇ ਪਿਆਰੇ ਇਸ ਅਮੋਲਕ ਸਮੇਂ ਦੀ ਸਾਂਭ ਕਰਦੇ ਹੋਏ ਸਚਿਤ ਆਨੰਦ ਪਰਮੇਸ਼ਰ ਵਾਹਿਗੁਰੂ ਦੀ ਯਾਦ ਵਿੱਚ ਆਪ ਜੀ ਜੁੜ ਰਹੇ ਹੋ। ਸਭ ਧੰਨਤਾ ਦੇ ਯੋਗ ਹੋ। ਸੋ ਆਓ ਗੁਰੂ ਸਿੱਖ ਪਿਆਰਿਓ, ਸਤਿਗੁਰਾਂ ਦੇ ਚਰਨਾਂ ਚੋਂ ਅਧਿਆਤਮਿਕ ਗਿਆਨ ਜਿਹੜਾ ਹੈ, ਅੰਦਰ ਦੀ ਸ਼ਾਂਤੀ ਜਿਹੜੀ ਹੈ, ਉਹਨੂੰ ਸਿੱਖਣਾ ਕਰੀਏ। ਮਾਲਕ ਨੂੰ ਜਾਣੀਏ। ਰੱਬ ਹੈ ਕੀ, ਮੈਂ ਕੌਣ ਹਾਂ, ਮੈਂ ਕੀ ਹਾਂ, ਆ ਕੁਦਰਤ ਕੀ ਹੈ, ਸੰਸਾਰ ਕੀ ਹੈ, ਜਾਣੀਏ। ਤੇ ਜਿਸ ਦਿਨ ਜਾਣ ਲਿਆ, ਪਛਾਣ ਲਿਆ, ਗਿਆਨ ਹੋ ਗਿਆ, ਉਸੇ ਦਿਨ ਉਸ ਮਾਲਕ ਦੇ ਵਿੱਚ ਇਨਸਾਨ ਨੇ, ਮਨੁੱਖ ਨੇ ਆਪਣੀ ਬਿਰਤੀ ਲੈ ਕੇ ਭਾਵ ਸੁਰਤੀ ਆਤਮਾ ਜਿਹੜੀ ਹੈ ਉਹਦੇ ਵਿੱਚ ਅਭੇਦ ਹੋ ਜਾਊ। ਲੜੀਵਾਰ ਕਥਾ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਈ ਹੈ।
ਰੋਜ਼ ਲੜੀਵਾਰ ਕਥਾ ਗਿਆਨ ਮਹਾਰਾਜ ਸਾਨੂੰ ਬਖਸ਼ਦੇ ਨੇ। ਬਹੁਤ ਵੱਡੇ ਕਰਮਾਂ ਦੀ ਗੱਲ ਹੈ ਕਿ ਗੁਰੂ ਦੀ ਬਾਣੀ ਪੜ੍ਹਨੀ ਸੁਣਨੀ ਮਿਲਣੀ। ਇਹ ਆਮ ਜੀ ਗੱਲ ਥੋੜ੍ਹੀ ਆ। ਨਹੀਂ, ਮੁੱਦਤਾਂ ਲੰਘ ਜਾਂਦੀਆਂ ਨੇ ਜੀ। ਸਤਿਗੁਰਾਂ ਦੇ ਚਰਨਾਂ 'ਚ ਆਉਣ ਨੂੰ, ਬਾਣੀ ਪੜ੍ਹਨ ਨੂੰ, ਨਾਮ ਜਪਣ ਨੂੰ, ਸੇਵਾ ਕਰਨ ਨੂੰ ਸਮੇਂ ਨਹੀਂ ਮਿਲਦਾ। ਧੰਦੇ ਐਨੇ ਨੇ ਬੰਦੇ ਨੂੰ। ਭਾਵ ਜਦੋਂ ਉਹਦੀ ਕਿਰਪਾ ਮਿਹਰ ਹੋ ਜਾਂਦੀ ਹੈ ਗੁਰਮੁਖੋ, ਫਿਰ ਬੰਦਾ ਪਹਾੜਾਂ ਤੇ ਚੜ੍ਹਨ ਨੂੰ ਵੀ ਤਿਆਰ ਹੋ ਜਾਂਦਾ। ਬਿਰਤੀ ਨਹੀਂ ਬਣੀ, ਕਰਮ ਮਾੜੇ ਨੇ। ਘਰ ਵਿੱਚ ਮਹਾਰਾਜ ਪ੍ਰਕਾਸ਼ ਹੁੰਦੇ, ਆਪਣੇ ਘਰਾਂ 'ਚ ਗੁਆਂਢੀਆਂ ਦੇ ਵੀ ਜਾ ਹੁੰਦੇ ਆ, ਪਰ ਸਾਥੋਂ ਉੱਥੇ ਜਾ ਕਰਕੇ ਨਮਸਕਾਰ ਨਹੀਂ ਕਰ ਹੁੰਦਾ ਮਹਾਰਾਜ ਦੇ ਚਰਨਾਂ 'ਚ। ਬਣਦੀਆਂ ਨੇ ਨਾ ਗੱਲਾਂ ਸਾਡੇ ਨਾਲ। ਮਹਾਰਾਜ ਜਾਂਦੇ ਆ ਘਰਾਂ 'ਚ, ਸਾਡੇ 'ਚ ਇੰਨੀ ਹਿੰਮਤ ਨਹੀਂ ਹੁੰਦੀ ਜਾ ਕੇ 5-7 ਮਿੰਟ ਸਤਿਗੁਰਾਂ ਨੂੰ ਨਮਸਕਾਰ ਕਰਕੇ ਬਹਿ ਜਾਈਏ, ਬਾਣੀ ਸੁਣ ਲਈਏ, ਹਾਜ਼ਰੀ ਭਰ ਲਈਏ। ਨਹੀਂ, ਆਪਣੇ ਘਰ 'ਚ ਵੀ ਕਈ ਵਾਰ ਹੁੰਦਾ, ਘਰ ਦੇ ਵਿੱਚ ਨਹੀਂ ਟਾਈਮ ਲੱਗਦਾ। ਬਸ ਮੱਤੇ ਬੰਦੇ ਦੀ ਇੱਦਾਂ ਦੀ ਬਣ ਗਈ, TV ਦੇਖੀ ਜਾਣਾ, ਮੋਬਾਇਲ ਦੇਖੀ ਜਾਣਾ, ਗੱਲਾਂ ਕਰੀ ਜਾਣੀਆਂ। ਕਈ ਇੱਥੇ ਆ ਕੇ ਵੀ ਕਈ ਚਲੋ ਆ ਗਏ ਭੁੱਲੇ ਭਟਕੇ ਮਹਾਰਾਜ ਦੇ ਚਰਨਾਂ 'ਚ, ਬਾਹਰ ਗੇਟ ਤੱਕ ਆਉਣ ਦਾ ਮਹਾਰਾਜ ਨੇ ਟਾਈਮ ਨਹੀਂ ਦੇਤਾ, ਪਰ ਬੰਦੇ ਦੀ ਅੰਦਰ ਆ ਕੇ ਨਮਸਕਾਰ ਕਰਨ ਦੀ ਹਿੰਮਤ ਨਹੀਂ ਬਣਦੀ। ਚਲੋ ਮਾਲਕ ਹੈ ਹਰ ਥਾਂ ਪ੍ਰਤੱਖ, ਪਰ ਗੁਰਮੁਖੋ ਉਹਦੇ ਚਰਨਾਂ 'ਚ ਬਹਿਣਾ, ਸਕੂਨ ਲੈਣਾ, ਉਹਦੀ ਯਾਦ ਵਿੱਚ, ਗੋਦ ਵਿੱਚ ਬਹਿਣਾ। ਆਹ ਗੋਦ ਹੈ ਮਹਾਰਾਜ ਦੀ। ਹੁਣ ਇਹ ਥੋੜ੍ਹੀ ਆ ਵੀ ਆਪਾਂ ਸੜਕ ਤੇ ਬੈਠਾਂਗੇ ਉਹਦੀ ਗੋਦ 'ਚ। ਉਹਦੀ ਗੋਦ ਦੇ ਵਿੱਚ ਬਹਿਣਾ ਬਹੁਤ ਵੱਡੇ ਕਰਮਾਂ ਦੀ ਗੱਲ ਆ। ਮਹਾਰਾਜ ਸਮਾਂ ਦਿੰਦੇ ਨੇ, ਜਦੋਂ ਕਿਰਪਾ ਹੋ ਜਾਂਦੀ ਹੈ ਗੁਰਮੁਖੋ, ਫਿਰ ਬੰਦਾ ਪਹਾੜਾਂ ਤੇ ਚੜ੍ਹਨ ਨੂੰ ਵੀ ਤਿਆਰ ਹੋ ਜਾਂਦਾ, ਦਰਸ਼ਨ ਕਰਨ ਜਾਂਦਾ। ਸੋ ਆਓ ਜੀਵਨ ਬਦਲਣਾ ਆਪਣਾ, ਸੋਚ ਵਿਚਾਰ ਚੇਂਜ ਹੋ ਜਾਏ। ਸੰਸਾਰ ਦੇ ਵਿੱਚ ਵਿਚਰਨਾ ਕਿਵੇਂ ਹੈ, ਤੇ ਆਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਸਮਝਾਉਂਦੀ ਹੈ, ਗਿਆਨ ਕੀ ਹੈ। ਮਹਾਰਾਜ 1430 ਅੰਗ ਐਵੇਂ ਨਹੀਂ ਸਾਨੂੰ ਲਿਖ ਕੇ ਦੇ ਕੇ ਗਏ। ਬਹੁਤ ਵੱਡਾ ਖਜ਼ਾਨਾ ਹੈ, ਜਿਹਨੇ ਜਾਣਨਾ, ਉਹਨੂੰ ਪਛਾਣਨਾ, ਪੜ੍ਹਨਾ, ਵਿਚਾਰਨਾ। ਤੇ ਜਿਹਨੇ ਕੁਛ ਜਾਣਨਾ ਹੀ ਨਹੀਂ, ਉਹਨੂੰ ਉਹਦੇ ਵਾਸਤੇ ਕੁਛ ਵੀ ਨਹੀਂ। ਸੁਰਹੋ ਵਿਚਾਰ। ਪਿਛਲੇ ਜੋ ਸਮੇਂ ਆਪਾਂ ਕਥਾ ਕੀਤੀ, ਵਿਚਾਰ ਕੀਤੀ, ਉਹਦੀ ਕਿਰਪਾ ਦੇ ਨਾਲ ਵਿਚਾਰਿਆ ਸੀ ਕਿ ਬੰਦਾ ਜਿਹੜਾ ਨਾ ਔਗੁਣਾਂ ਦਾ ਬੰਨਿਆ ਹੋਇਆ ਮਾਰਿਆ ਜਾਂਦਾ ਹੈ, ਕੁੱਟਿਆ ਜਾਂਦਾ ਹੈ। ਔਗੁਣਾਂ ਕਰਕੇ ਔਗੁਣਾਂ ਦੇ ਕਰਕੇ ਹੀ ਬੰਦੇ ਨੂੰ ਬੇਇੱਜ਼ਤ ਹੋਣਾ ਪੈਂਦਾ ਹੈ, ਮਾਰ ਝੱਲਣੀ ਪੈਂਦੀ ਹੈ। ਛੁਟਕਾਰਾ ਕਿਵੇਂ ਹੋਣਾ? ਸਤਿਗੁਰ ਕਹਿੰਦੇ ਆ, ਗੁਰੂ ਦੀ ਮੱਤ ਦੁਆਰਾ ਅੰਮ੍ਰਿਤ ਨਾਮ ਬੰਦਾ ਜਪ ਲਏ, ਤਾਂ ਫਿਰ ਜੰਮਣ ਮਰਨ ਦਾ ਬੰਧਨ ਜਿਹੜਾ ਨਾ, ਉਹ ਤੋਂ ਬੰਦਾ ਮੁਕਤ ਹੋ ਸਕਦਾ। ਛੁਟੈ ਗੁਰਮਤਿ ਨਾਏ। ਗੁਰੂ ਦੀ ਮੱਤ ਨਾਲ ਹੀ ਅਸੀਂ ਛੁੱਟਾਂਗੇ। ਜੇ ਗੁਰੂ ਦੀ ਮੱਤ ਨਹੀਂ ਧਾਰਨ ਕੀਤੀ, ਗੁਰੂ ਦੀ ਮੱਤ ਨਹੀਂ ਧਾਰਨ ਕੀਤੀ, ਕੁਛ ਨਹੀਂ ਜੇ ਮਿਲਣਾ। ਕਿਸੇ ਨੂੰ ਧੋਖਾ ਦੇ ਕੇ ਦੇਖੋ, ਮੇਰੇ ਮਨ ਦੀ ਤੁਸੀਂ ਨਹੀਂ ਜਾਣਦੇ, ਤੁਹਾਡੇ ਮਨ ਦੀ ਮੈਂ ਨਹੀਂ ਜਾਣਦਾ। ਅੰਦਰ ਮੇਰੇ ਕੀ ਹੈ, ਤੁਹਾਡੇ ਅੰਦਰ ਕੀ ਹੈ, ਮੈਨੂੰ ਨਹੀਂ ਪਤਾ। ਮੇਰੇ ਅੰਦਰ ਕੀ ਚੱਲਦਾ ਹੈ, ਕਿੰਨੀਆਂ ਕਲਹਿਰਾਂ ਉੱਠਦੀਆਂ ਨੇ, ਤੁਹਾਨੂੰ ਨਹੀਂ ਪਤਾ। ਸੋ ਰਹੋ ਵਿਚਾਰ। ਕਿਸੇ ਨੂੰ ਧੋਖਾ ਦੇ ਕੇ, ਹਨੇਰੇ 'ਚ ਰੱਖ ਕੇ ਗੁਰੂ ਦੇ ਦਰ ਤੇ ਆਉਣਾ, ਜਾਂ ਰੱਬ ਨੂੰ ਆਪਣੇ ਭਲੇ ਦੀ ਅਰਦਾਸ ਕਰਨੀ, ਉਹ ਕੀ ਕਹਿੰਦਾ ਅੱਗੋਂ? ਮਹਾਰਾਜ ਕਹਿੰਦੇ ਆ, ਭਾਈ ਕਰੀ ਜਾ। ਕਿਸੇ ਨੂੰ ਧੋਖਾ ਦੇ ਕੇ
ਫਰੌਡ ਕਰਕੇ ਕਿਸੇ ਨੂੰ ਮਨ ਚੰਚਲ ਬਣਾ ਕੇ ਆਪਣਾ ਟਾਰਗੇਟ ਕਰਦਾ, ਇਹ ਨਾ ਸੋਚੀ ਤੇਰਾ ਕੁਛ ਭਲਾ ਹੋਊਗਾ, ਗੁਰੂ ਕਰੂਗਾ, ਰੱਬ ਤੈਨੂੰ ਸੁੱਖ ਦੇਊਗਾ। ਨਹੀਂ, ਕਦੇ ਵੀ ਨਾ ਸੋਚੀ। ਉਹ ਕਹਿੰਦੇ ਆ ਜੀ, ਕਿਆ ਮੂੰਹ ਲੈ ਕੀਚੇ ਅਰਦਾਸ, ਪਾਪ ਪੁੰਨ ਦੋ ਸਾਖੀ ਪਾ। ਜਾਂ ਪੜ੍ਹਨੇ ਆਪਾਂ ਕਿ ਘੜ ਕੱਢ ਕੇ ਅੰਦਰ ਕੀ ਜਾਣਦਾ, ਭਲੇ ਬੁਰੇ ਕੀ ਪੀਰ ਪਛਾਣ ਤਾਂ ਸਭ ਜਾਣਦਾ। ਧੋਖਾ ਦੇ ਕੇ ਕਿਸੇ ਨੂੰ ਆਪਣਾ ਭਲਾ ਮੰਗਣਾ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ। ਅੱਧੀ ਖਾ ਲਓ ਇਹਦੇ ਨਾਲੋਂ ਚੰਗਾ। ਛੁਟਕਾਰਾ ਜਿਹੜਾ ਨਾ ਗੁਰੂ ਦੀ ਮੱਤ ਨਾਲ ਹੀ ਹੋਏਗਾ। ਬਾਪੂ ਇਹੀ ਸਮਝਾਉਂਦਾ ਕਿ ਖੋਜਤ ਤਤ ਵਿਚਾਰਾ, ਬਿਨ ਹਰ ਭਜਨ ਨਾ ਹੀ ਛੁਟਕਾਰਾ। ਗੁਰੂ ਦੀ ਮੱਤ ਸਾਨੂੰ ਪ੍ਰਮਾਤਮਾ ਦਾ ਭਜਨ ਕਰਨਾ ਹੀ ਸਿਖਾਉਂਦੀ ਆ, ਚੰਗੇ ਕਰਮ ਕਰਨ ਵੱਲ ਪ੍ਰੇਰਿਤ ਕਰਦੀ ਆ। ਤਾਂ ਹੀ ਕਿ ਭਾਈ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈ। ਭਾਵ ਉਹ ਭਾਈ ਆਹ ਕੰਮ ਨਾ ਕਰੀ, ਪਹਿਲਾਂ ਲੰਬੀ ਨਿਗਾਹ ਮਾਰ ਲਈ। ਬਾਣੀ ਰੋਜ਼ ਸਮਝਾਉਂਦੀ ਆ। ਅੱਗੇ ਮਹਾਰਾਜ ਕਹਿੰਦੇ ਆ ਜੀ, ਸਰਬੇ ਥਾਈ ਏਕ ਤੂੰ, ਜਿਉ ਭਾਵੈ ਤਿਉ ਰਾਖ। ਗਿਆਨਵਾਨ ਪੁਰਸ਼ ਨੂੰ ਸਾਰੀਆਂ ਥਾਵਾਂ ਤੇ ਇੱਕ ਅਖੰਡ ਸਰੂਪ ਪਰਮੇਸ਼ਰ ਦਿਸਦਾ ਹੈ, ਦਿਖਣ ਲੱਗ ਪੈਂਦਾ ਹੈ। ਜਿਹਨੂੰ ਗਿਆਨ ਹੋ ਗਿਆ, ਗਿਆਨ ਹੀ ਨਹੀਂ ਹੋਇਆ ਉਹ ਤਾਂ ਆਪਣੇ 'ਚ ਹੀ ਦੇਖੂ, ਆਪਣੇ ਪਰਿਵਾਰ 'ਚ ਦੇਖੂ, ਦੂਜਿਆਂ 'ਚ ਨਹੀਂ ਦੇਖੂ। ਤਾਂ ਫਿਰ ਬੰਦਾ ਝੂਠ ਫਰੇਬ ਵੱਲ, ਧੋਖੇ ਵੱਲ ਜਾਂਦਾ ਹੈ। ਸਭ ਦੇ ਵਿੱਚ ਰੱਬ ਦਿਖਣ ਲੱਗ ਪੈਂਦਾ ਹੈ ਤੇ ਐਸਾ ਨਿਸ਼ਚਾ ਹੋ ਜਾਂਦਾ ਹੈ ਕਿ ਇਹ ਸਤਿਗੁਰੂ ਜੀ ਜਿਵੇਂ ਆਪ ਜੀ ਨੂੰ ਭਾਉਂਦਾ ਹੈ ਨਾ, ਉਵੇਂ ਹੀ ਰੱਖ ਲਾ। ਗੁਰਮੁਖੋ ਦੇਖੋ, ਸੰਸਾਰ ਦੇ ਵਿੱਚ, ਜੀਵਨ ਦੇ ਵਿੱਚ ਸਭ ਕੁਛ ਪੈਸਾ ਨਹੀਂ ਹੁੰਦਾ, ਪਦਾਰਥ ਨਹੀਂ ਹੁੰਦੇ, ਸਾਧਨ ਨਹੀਂ ਹੁੰਦੇ। ਚਲੋ ਲੋੜ ਆ ਆਪਾਂ ਨੂੰ, ਇਹ ਮੰਨਣ ਦੀ ਗੱਲ ਹੈ ਵੀ ਜ਼ਰੂਰਤ ਹੈ ਸੰਸਾਰ 'ਚ ਜੀਵਨ ਜਿਉਣ ਦੇ ਵਾਸਤੇ। ਪਰ ਜੇ ਦੇਹ ਨਹੀਂ ਨਾ ਅਰੋਗ ਹੈਗੀ, ਅਰਬਾਂ ਖਰਬਾਂ, ਮਿਲੀਅਨ ਬਿਲੀਅਨ ਬ੍ਰਿਲੀਅਨ ਡਾਲਰ ਪੈਸੇ, ਕੋਈ ਕੰਮ ਨਹੀਂ। ਜੇ ਸਾਹ ਨਹੀਂ ਸੌਖੇ ਆਉਂਦੇ, ਜੇ 100 ਰੋਗ ਲੱਗੇ ਆ, ਤਾਂ ਗੁਰਮੁਖ ਉੱਥੇ ਪੈਸਾ ਵੀ ਨਹੀਂ ਕੰਮ ਕਰਦਾ। ਰਿਸ਼ਤੇ ਨਾਤੇ ਨਹੀਂ ਕੋਲ, ਇਕੱਲਾ ਪੈਸੇ ਹੀ ਹੁੰਦਾ ਹੈ। ਨੌਕਰ ਜ਼ਰੂਰ ਕੋਈ ਖਰੀਦ ਸਕਦੇ ਹਾਂ ਆਪਾਂ ਪੈਸੇ ਨਾਲ, ਰਿਸ਼ਤਾ ਨਹੀਂ। ਮੋਹ ਪਿਆਰ ਨਹੀਂ ਅਸਲੀ ਭੈਣ ਭਰਾਵਾਂ ਦਾ, ਮਾਤਾ ਪਿਤਾ ਦਾ, ਧੀਆਂ ਪੁੱਤਰਾਂ ਦਾ, ਉਹ ਨਹੀਂ ਮਿਲਦਾ। ਗੁਰੂ ਨੂੰ ਬੇਨਤੀ ਕਰਨੀ ਹੈ, ਮਹਾਰਾਜ ਜਿਵੇਂ ਤੁਹਾਨੂੰ ਭਾਉਂਦਾ ਰੱਖ ਲਓ, ਪਰ ਸਕੂਨ ਦੇ ਦਿਓ, ਸ਼ਾਂਤੀ ਦੇ ਦਿਓ। ਉੱਥੇ ਇਹ ਗਿਆਨ ਹੋ ਜਾਂਦਾ, ਸਭ ਦੇ ਵਿੱਚ ਇੱਕ ਮਾਲਕ ਦਿਖਣ ਲੱਗ ਪੈਂਦਾ ਹੈ। ਤੇ ਮਹਾਰਾਜ ਕਹਿੰਦੇ ਆ, ਗੁਰਮਤਿ ਸਾਚਾ ਮਨ ਵਸੈ, ਨਾਮ ਭਲੋ ਪਤ ਸਾਖ। ਇਉਂ ਗੁਰੂ ਦੀ ਮੱਤ ਦੁਆਰਾ ਪਰਮੇਸ਼ਰ ਜਿਹੜਾ ਹੈ ਮਨ ਵਿੱਚ ਵਸ ਜਾਂਦਾ ਹੈ। ਪਰਮਾਤਮਾ ਦਾ ਨਾਮ ਇਸ ਲੋਕ ਦੇ ਵਿੱਚ ਭਲੀ ਕਹੀਏ, ਭਲੋ ਪਤ ਕਹੀਏ, ਇੱਜ਼ਤ ਦੇਣ ਵਾਲਾ। ਭਾਵ ਸੱਚਾ ਮਾਰਗ ਚਲਦਿਆਂ ਉਸਤਤ ਕਰੈ ਜਹਾਨ। ਬੰਦੇ ਦਾ ਜੀਵਨ ਰਾਹ ਸੱਚ ਹੈ, ਚੰਗਾ ਕਿਰਦਾਰ ਹੈ, ਚੰਗਾ ਜੀਵਨ ਆ, ਸ਼ੁੱਧਤਾ ਹੈ। ਕਿਸੇ ਦਾ ਮਾੜਾ ਨਹੀਂ ਕਰਦਾ, ਨਾ ਸੋਚਦਾ, ਨਾ ਬੋਲਦਾ, ਨਾ ਲੋਚਦਾ। ਅੱਧੀ ਖਾਂਦਾ, ਸਰੀਰ ਸੁਖੀ ਆ, ਦੇਹ ਰੋਗ ਆ, ਕੋਈ ਕਿਸੇ ਦਾ ਮਾੜਾ ਨਹੀਂ। ਉਹ ਸੱਚ ਤੇ ਚੱਲਣ ਵਾਲਾ, ਫਿਰ ਉੱਥੇ ਬੰਦੇ ਨੂੰ ਇੱਜ਼ਤ ਮਿਲਦੀ ਆ, ਹਰ ਕੋਈ ਮਾਣ ਸਤਿਕਾਰ ਕਰਦਾ ਹੈ। ਰੱਬ ਦਾ ਨਾਮ ਜਦੋਂ ਮਨ ਵਿੱਚ ਵਸ ਜਾਂਦਾ ਹੈ ਤਾਂ ਉਹਦੇ ਨਾਲ ਇੱਜ਼ਤ ਮਿਲਦੀ ਆ। ਇੱਕ ਨਕਲੀ ਹੁੰਦੀ ਹੈ, ਇੱਕ ਅਸਲੀ ਹੁੰਦੀ ਹੈ। ਤੇ ਪਰਲੋਕ ਦੇ ਵਿੱਚ ਵੀ ਉਹ ਸਾਥ ਨਿਭਾਉਣ ਵਾਲਾ ਹੈ, ਇੱਥੇ ਨਹੀਂ ਅੱਗੇ ਵੀ। ਭਾਵ
ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਊਹਾਂ ਜੋ ਕਾਮ ਤੇਰੇ। ਐਸਾ ਕੀਰਤਨ ਪਰਮੇਸ਼ਰ ਦੀ ਸਿਫਤ ਸਲਾਹ ਦਾ ਕਰੀਏ ਜਿਹੜਾ ਇੱਥੇ ਵੀ ਕੰਮ ਆਊ, ਅੱਗੇ ਵੀ ਪਰਲੋਕ ਦੇ ਵਿੱਚ ਵੀ ਉਹਨੇ ਸਾਥ ਨਿਭਾਉਣਾ। ਰਿਸ਼ਤੇ ਜਿਹੜੇ ਨੇ ਸੁੱਖਾਂ ਸੁੱਖਾਂ ਦੇ ਨੇ, ਦੁਨੀਆ ਸਾਥ ਜਿਹੜੇ ਨੇ ਉਹ ਜਿੰਨਾ ਟਾਈਮ ਸਾਡੇ ਕੋਲ ਕੁਛ ਪਦਾਰਥ ਹੈ, ਕੋਈ ਸਾਧਨ ਨੇ, ਮਾਇਆ ਕਹਿ ਲਈਏ, ਸੁੱਖ ਨੇ, ਤਾਂ ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਕਹੋ ਨਾਨਕ ਭਜ ਹਰਿ ਮਨਾ, ਅੰਤ ਸਹਾਈ ਹੋਏ। ਮਜਬੂਰੀ ਹੈ ਜੀ। ਹੁਣ ਜਿਹੜਾ ਮੇਰੇ ਤੇ ਕੋਈ ਦੁੱਖ ਆ ਗਿਆ, ਉਹਦੇ ਵਿੱਚ ਕੋਈ ਥੋੜੀ ਸਹਾਈ ਹੋਊਗਾ, ਨਾਲੇ ਕੋਈ ਆਪਦੇ ਘਰੋਂ ਥੋੜੀ ਡੇਕ ਕੇ ਜਾਊਗਾ ਸਾਡੇ। ਇਹ ਤਾਂ ਬੰਦੇ ਨੂੰ ਆਪ ਹੀ ਕਰਨਾ ਪੈਂਦਾ। ਸੋ ਰਹੋ ਵਿਚਾਰ, ਰੱਬ ਦਾ ਨਾਮ ਜਿਹੜਾ ਆਲੋਕ 'ਚ ਵੀ ਪਰਲੋਕ ਦੇ ਵਿੱਚ ਵੀ ਸਾਥ ਨਿਭਾਉਣ ਵਾਲਾ। ਪਰਲੋਕ ਵਿੱਚ ਜਾ ਕੇ ਨਾਮ ਭਲੋ ਪਤ ਸਾਖ, ਸਾਖੀ ਭਰਦਾ, ਉਗਾਹੀ ਕਹੀਏ ਗਵਾਹ ਬਣਦਾ। ਇਸ ਕਰਕੇ ਗੁਰਸਿੱਖ ਪਿਆਰਿਓ, ਗੁਰੂ ਦੀ ਮੱਤ ਦੁਆਰਾ ਹੀ ਜੀਵਨ ਜਿਉਣਾ ਕਰੀਏ। ਮਹਾਰਾਜ ਕਹਿੰਦੇ ਆ ਜੀ, ਹਉਮੈ ਰੋਗ ਗਵਾਈ ਐ, ਸ਼ਬਦ ਸੱਚੈ ਸੱਚ ਭਾਖ। ਇਉਂ ਜੀਵ ਹਉਮੈ ਦੇ ਰੋਗ ਕਰਕੇ ਆਪਣਾ ਮਨੁੱਖਾ ਜੀਵਨ ਜਿਹੜਾ ਨਾ, ਉਹਨੂੰ ਵਿਅਰਥ ਗਵਾ ਲੈਂਦਾ। ਵਿਅਰਥ ਕਹੀਏ ਬੇਕਾਰ, ਭਾਵ ਹਉਮੈ ਦਾ ਰੋਗ ਤਾਂ ਗਵਾਇਆ ਜਾਂਦਾ ਹੈ, ਦੂਸਰਾ ਅਰਥ ਮਿਟ ਜਾਂਦਾ ਹੈ ਜੇਕਰ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਨਾਮ ਨੂੰ ਉਚਾਰਨ ਕਰੀਏ। ਹਉਮੈ ਮਿਟਣੀ ਆ, ਜੰਮੀ ਤਾਂ ਨਾਲੇ ਆ ਸਾਡੇ। ਇਹ ਨਹੀਂ ਹੈ ਕਿ ਜਨਮ ਲੈਣ ਤੋਂ ਬਾਅਦ ਹਉਮੈ ਚਿੰਬੜੀ ਆ। ਜਿਨ ਰਚ ਰਚਿਆ ਪੁਰਖ ਵਿਧਾਤੇ, ਵਿੱਚੇ ਹਉਮੈ ਪਾਈ। ਜਿਸ ਦਿਨ ਮਾਲਕ ਨੇ ਸਾਡਾ ਰਚਨ ਕੀਤਾ ਹੈ, ਉਸੇ ਦਿਨ ਮਾਲਕ ਨੇ ਸਾਡੇ ਅੰਦਰ ਹਉਮੈ ਵੀ ਪਾਤੀ। ਹਉਮੈ ਦੇ ਕਰਕੇ ਸਾਡਾ ਜਨਮ ਹੋ ਰਿਹਾ, ਮਰਨ ਹੋ ਰਿਹਾ। ਜਿੰਨੇ ਵੀ ਜਨਮ ਲਏ ਆ, ਜਿੰਨੇ ਵਾਰੀ ਵੀ ਦੁਨੀਆ 'ਚ ਅਸੀਂ ਆਏ ਆ, ਹੁਣ ਆ ਪਹਿਲੀ ਵਾਰੇ ਨਾ ਮੰਨਿਓ ਕਿਸੇ ਮਨੁੱਖਾ ਆ ਬੰਦੇ ਦਾ ਜਨਮ ਲੈ ਕੇ ਆਏ ਆ, ਪਤਾ ਨਹੀਂ ਕਿੰਨੀਆਂ ਕੁ ਟੇਢੀਆਂ ਮੇਢੀਆਂ ਜੂਨੀਆਂ 'ਚੋਂ ਲੰਘ ਆਏ ਆ ਜੀ। ਸਭ ਦੇ ਵਿੱਚ ਹਉਮੈ ਚਿੰਬੜੀ ਆ। ਤਾਂ ਹੀ ਮਹਾਰਾਜ ਕਹਿੰਦੇ ਆ ਜੀ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਜਨਮਾਂ ਜਨਮਾਂਤਰਾਂ ਦੀ ਮੈਲ ਚੁੱਕੀ ਫਿਰਨੇ ਆ। ਹਉਮੈ ਕਰਕੇ ਬੰਦੇ ਦਾ ਜੀਵਨ ਆ ਮਨੁੱਖਾ ਜਿਹੜਾ ਮਿਲਿਆ ਬੇਕਾਰ ਜਾਂਦਾ ਹੈ। ਭਾਵ ਹਉਮੈ ਦਾ ਰੋਗ ਤਾਂ ਗਵਾਇਆ ਜਾਂਦਾ ਹੈ, ਭਾਵ ਮਿਟ ਜਾਂਦਾ ਹੈ, ਜੇਕਰ ਸੱਚੇ ਗੁਰਾਂ ਦੇ ਉਪਦੇਸ਼, ਸ਼ਬਦ ਸੱਚੈ ਸੱਚ ਭਾਖ, ਗੁਰੂ ਦੇ ਉਪਦੇਸ਼ ਨੂੰ, ਸ਼ਬਦ ਨੂੰ ਬੰਦਾ ਕਮਾਵੇ, ਪਰਮਾਤਮਾ ਦਾ ਨਾਮ ਉਚਾਰਨ ਕਰੇ, ਬੰਦਗੀ ਕਰੇ, ਤਾਂ ਹਉਮੈ ਜਿਹੜੀ ਹੈ ਜੀ ਨੱਠ ਜਾਂਦੀ ਆ। ਆਕਾਸੀ ਪਾਤਾਲ ਤੂੰ, ਤੇਰੇ ਭਵਨ ਰਿਹਾ ਸਮਾਏ। ਐ ਰੱਬ ਜੀ, ਆਕਾਸੀ ਕਹੀਏ, ਆਕਾਸ਼ਾਂ ਵਿੱਚ ਵੀ ਪਤਾਲਾਂ ਵਿੱਚ ਵੀ ਤੂੰ ਆਪ ਹੀ ਆ। ਤਿੰਨਾਂ ਲੋਕਾਂ 'ਚ, ਭਾਵ ਸਵਰਗ ਲੋਕ, ਮਾਤ ਲੋਕ, ਪਤਾਲ ਲੋਕ, ਇਹਦੇ ਵਿੱਚ ਵੀ ਰੱਬ ਜੀ ਤੁਸੀਂ ਵਿਆਪਕੋਂ ਸਮਾ ਰਹੇ ਹੋ। ਪਤਾਲਾਂ ਦੀ ਨਈ ਨਿਮਰਤਾ ਵਾਲੇ ਪੁਰਸ਼ਾਂ ਵਿੱਚ, ਆਕਾਸ਼ ਕਹੀਏ ਚਿਦਾ ਆਕਾਸ਼ ਵਿੱਚ ਵਿਚਰਨ ਵਾਲਾ ਤਤਵੇਤਾ ਹੋ ਕੇ ਤੂੰ ਆਪ ਹੀ ਬਸ ਰਿਹਾ, ਵਰਤ ਰਿਹਾ। ਪਤਾਲ ਵੀ ਤੇ ਆਕਾਸ਼ ਵੀ ਤੇਰਾ ਰੂਪ ਹੈ। ਤਿੰਨੇ ਲੋਕਾਂ ਵਿੱਚ ਤੇਰਾ ਆਪਣਾ ਸਰੂਪ ਸਮਾਇਆ ਹੋਇਆ। ਉਹ ਰੋਮ ਰੋਮ ਦੇ ਵਿੱਚ ਵਸ ਰਿਹਾ ਜੀ। ਭਾਵ ਸਭਨੀ ਘਟੀ ਸੋਹ ਵਸੈ, ਸਹਿ ਬਿਨ ਘਟ ਨਾ ਕੋਏ। ਸਾਰੀਆਂ ਘਟਾਂ ਦੇ ਵਿੱਚ ਰੱਬ ਵਸਦਾ। ਉਹਦੇ ਵਾਸੇ ਤੋਂ ਬਿਨਾਂ, ਉਹਦੀ ਹੋਂਦ ਤੋਂ ਬਿਨਾਂ ਕੋਈ ਚੀਜ਼ ਹੈ ਹੀ ਨਹੀਂ। ਜਿੱਥੇ ਰੱਬ ਨਹੀਂ, ਐਸੀ ਜਗ੍ਹਾ ਕੋਈ ਨਹੀਂ ਜਿੱਥੇ ਉਹ ਨਾ ਹੋਵੇ।
ਆ ਸਾਡੇ ਸਰੀਰ 'ਚ ਵੀ ਅੰਤਸ਼ਕਰਨ ਦੇ ਵਿੱਚ ਮਾਲਕ ਰਹਿੰਦਾ। ਭੇਦ ਜਿਹਨੂੰ ਆ ਦੁੱਖਾਂ ਦਾ ਸੁੱਖਾਂ ਦਾ ਸਰੀਰ ਦਾ ਲੇਪ ਨਹੀਂ ਲੱਗਦਾ। ਭਾਵ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ। ਆ ਸਰੀਰ ਦੇ ਵਿੱਚ ਘਟ, ਇੱਕ ਉਹਦੇ ਅੰਦਰ ਇੱਕ ਹੋਰ ਘਟ ਉੱਥੇ ਰਹਿੰਦਾ ਅੰਤਸ਼ਕਰਨ ਦੇ ਵਿੱਚ ਮਾਲਕ ਅਦ੍ਰਿਸ਼ ਪਰਮੇਸ਼ਰ ਵਾਹਿਗੁਰੂ। ਭਾਵ ਜਿਹਨੂੰ ਦਸ਼ਮੇਸ਼ ਪਿਤਾ ਜੀ ਤਤੰ ਅਤਤੰ ਸਰੂਪੇ। ਦੇਖੋ ਸਰੀਰ ਜਿਹੜਾ, ਸ੍ਰਿਸ਼ਟੀ ਜਿਹੜੀ ਆ, ਜੀਵਨ ਜਿਹੜਾ ਹੈ, ਪੰਜ ਤੱਤਾਂ ਦਾ ਹੈ। ਸਰੀਰ ਸਾਡਾ ਪੰਜ ਤੱਤ ਨੇ, ਪਰ ਉਹ ਮਾਲਕ ਜਿਹੜਾ ਅਤਤੰ ਸਰੂਪੇ, ਉਹ ਅਤੱਤ ਸਰੂਪ ਹੈ ਜਿਹੜਾ ਆ ਪੰਜੇ ਤੱਤਾਂ ਤੋਂ ਪਰੇ ਆ। ਤਿੰਨ ਸਰੀਰ ਨੇ, ਇੱਕ ਆ ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ। ਧਿਆਨ ਨਾਲ ਸੁਣਿਓ ਬੇਨਤੀ, ਉੱਪਰ ਦੀ ਲੰਘਣਗੀਆਂ ਗੱਲਾਂ। ਇੱਕ ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ ਹੈ। ਇੱਕ 17 ਤੱਤ ਨੇ ਸਾਡੇ। ਕਿਹੜੇ ਨੇ? ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ ਇੰਦਰੇ। 15 ਭਾਵ ਪੰਜ ਪ੍ਰਾਣ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, 15 ਹੋ ਗਏ। ਇੱਕ ਸਾਡਾ ਮਨ, ਇੱਕ ਬੁੱਧ। ਇਹ 17 ਤੱਤ ਨੇ। ਇਹ 17 ਤੱਤ ਹੋ ਗਏ ਨਾ ਜੀ। ਇਹਨਾਂ ਤੋਂ ਅੱਗੇ ਜਿਹੜਾ ਅਤਤੰ ਸਰੂਪੇ, ਇਹਨਾਂ ਤੋਂ ਵੀ ਅੱਗੇ ਰਹਿੰਦਾ ਮਾਲਕ। ਜਦੋਂ ਗੁਰਬਾਣੀ ਚ ਡੁੱਬਾਂਗੇ ਨਾ, ਲੱਭਾਂਗੇ, ਪਤਾ ਲੱਗਦਾ ਜਾਊਗਾ ਹੌਲੀ ਹੌਲੀ, ਇੱਕਦਮ ਨਹੀਂ। ਗਿਆਨ ਜਦੋਂ ਹੋ ਗਿਆ, ਭਾਵ ਆਕਾਸੀ ਪਾਤਾਲ ਤੂੰ ਤ੍ਰਿਭਾਵਨ ਰਿਹਾ ਸਮਾਏ। ਹੁਣ ਕੋਈ ਮੰਨਦੀ ਨਹੀਂ ਵੀ ਕਿੱਥੇ ਆ ਰੱਬ, ਐਵੇਂ ਕਿਵੇਂ ਆ ਰੱਬ। ਗੁਰਮੁਖੋ ਕਲਯੁਗੀ ਬੁੱਧੀ ਆ, ਨਹੀਂ ਮੰਨਦੀ ਛੇਤੀ। ਤਰਕ ਕਿੰਤੂ ਪਰੰਤੂ ਬਹੁਤ ਖੜਾ ਹੋ ਗਿਆ ਸਾਡੇ ਦਿਮਾਗ 'ਚ, ਸਾਡੇ ਜ਼ਿਹਨ ਦੇ ਵਿੱਚ, ਸਮਝੇ ਨਹੀਂ ਹੈ। ਦੇਖੋ ਇੱਕ ਗੱਲ ਮੰਨਣ ਦੀ ਆ, ਹੁਣ ਜਿਉਂ-ਜਿਉਂ ਦੇਖੋ ਕਲਯੁਗ ਚੜ੍ਹ ਰਿਹਾ, ਕਿੰਤੂ ਪਰੰਤੂ ਵੱਧ ਰਿਹਾ। ਪਹਿਲੇ ਸਮਿਆਂ ਦੇ ਵਿੱਚ ਪਿੱਛੇ ਸਿਆਣੇ ਜਿਹੜੇ ਨੇ ਉਹਨਾਂ ਨੂੰ ਜ਼ਿਆਦਾ ਪਤਾ, ਪ੍ਰੇਮ ਸੀਗਾ, ਮੇਲ ਸੀਗਾ ਲੋਕਾਂ 'ਚ। ਜਿਹੜੇ ਮਰਜ਼ੀ ਧਰਮ ਦਾ ਬੰਦਾ, ਕੋਈ ਦੁਸ਼ਮਣੀ ਨਹੀਂ ਸੀ ਹੈਗੀ। ਵੰਡ ਤੋਂ ਪਹਿਲਾਂ ਲਾ ਲਓ, ਸਾਰੇ ਧਰਮਾਂ ਦੇ ਲੋਕ ਰਹਿੰਦੇ ਹੁੰਦੇ। ਸ਼ਰਧਾ ਸੀ, ਡਰ ਸੀ ਰੱਬ ਦਾ, ਗੁਰੂ ਦਾ, ਪਰਮਾਤਮਾ ਦਾ, ਇੱਕ ਦੂਜੇ ਨਾਲ ਮੇਲ ਸੀਗਾ। ਉਦੋਂ ਬਾਅਦ ਸਮਾਂ ਲੰਘਦਾ ਜਾ ਰਿਹਾ, ਬਸ ਘਰਾਂ 'ਚ ਵੀ ਨਹੀਂ ਮੇਲ ਰਹਿ ਗਿਆ। ਗੱਲ ਛੱਡੋ, ਇੰਨਾ ਵੱਡਾ ਟੱਬਰ ਪਰਿਵਾਰ ਹੁੰਦਾ, ਇੱਕ ਸਵਾਤ ਜੇ ਕੱਟ ਲੈਂਦਾ ਸੀਗਾ, 7-7 ਪੀੜ੍ਹੀਆਂ ਲੰਘ ਜਾਂਦੀਆਂ ਸੀਗੀਆਂ। ਹੁਣ ਇੱਕ ਮੁੰਡਾ ਹੈ ਮਾਂ ਬਾਪ ਦੇ, ਉਹੀ ਨਹੀਂ ਨਾਲ ਰਹਿੰਦਾ, ਉਹੀ ਕੰਧ ਮਾਰ ਲੈਂਦਾ ਵਿੱਚ ਦੀ। ਲੈ ਦੱਸੋ, ਇਕੱਲੇ ਹੀ। ਪਹਿਲਾਂ 7-7 ਪੀੜ੍ਹੀਆਂ ਇੰਨੇ ਬੱਚੇ ਇਕੱਠੇ ਹੁੰਦੇ। ਭਾਵ ਸੋਚ ਵਿਚਾਰ ਬਦਲੀ ਜਾ ਰਹੀ ਆ, ਕਲਯੁਗ ਚੜ੍ਹ ਰਹੇ ਆ। ਗੁਰੂ ਦੀ ਗੱਲ ਨੂੰ, ਬਾਣੀ ਨੂੰ ਜਦੋਂ ਮੰਨਾਂਗੇ ਨਾ ਗੁਰਮੁਖੋ, ਸਭ ਦੇ ਨਾਲ ਸਨੇਹ ਬਣਨਾ ਸ਼ੁਰੂ ਹੋ ਜਾਊ, ਪਿਆਰ ਬਣਨਾ ਸ਼ੁਰੂ ਹੋ ਜਾਣਾ। ਇਸ ਕਰਕੇ ਸਭ ਦੇ ਵਿੱਚ ਉਹ ਖੁਦ ਹੀ ਵਿਆਪ ਰਿਹਾ, ਸਭ ਦੇ ਵਿੱਚ ਉਸੇ ਦਾ ਹੀ ਵਾਸਾ ਹੈ। ਪਰ ਇਹ ਸਮਝ ਤਾਂ ਹੋਣੀ ਆ ਜੇ ਗੁਰੂ ਦੀ ਬਾਣੀ ਸ਼ਬਦ ਪੱਲੇ ਬੰਨਾਂਗੇ। ਨਹੀਂ ਪੱਲੇ ਨਹੀਂ ਪੈਣਾ ਕੁਛ ਗੁਰੂ ਦੀ ਗੱਲ, ਵਿਚਾਰ ਜਿਹੜੀ ਆ। ਆਓ ਜੀ, ਭੁੱਲਾਂ ਤੋਂ ਖਿਮਾ। ਇੱਥੇ ਸਮਾਪਤੀ ਹੈ। ਸਮੇਂ ਸਿਰ ਪਹੁੰਚਣ ਦੀ ਕੋਸ਼ਿਸ਼ ਕਰਿਆ ਕਰੋ ਜੀ। ਸਕੂਲ ਪਹਿਲਾਂ ਲੱਗਦੇ ਆ, ਬੱਚੇ ਪਹਿਲਾਂ ਜਾਂਦੇ ਆ, ਮਾਵਾਂ ਨੇ, ਮੇਰੀਆਂ ਭੈਣਾਂ ਨੇ ਬੱਚੇ ਤਿਆਰ ਕਰਨੇ ਹੁੰਦੇ ਆ ਜਾ ਕੇ। ਇਸ ਕਰਕੇ ਡੰਗਰ ਪਸ਼ੂਆਂ ਦਾ ਵੀ ਹੁੰਦਾ। ਸਮੇਂ ਸਿਰ ਪਹੁੰਚਿਆ ਕਰੋ ਭਾਈ, ਤਾਂ ਜੋ ਆਪਾਂ ਸਮੇਂ ਦੇ ਨਾਲ ਵਿਚਾਰ ਸ਼ੁਰੂ ਕਰ ਸਕੀਏ, ਸਮਾਪਤੀ ਕਰ ਸਕੀਏ, ਕੁਛ ਲਾਹਾ ਵੀ ਮਿਲੇ ਆਪਣੇ ਉੱਠਣ ਦਾ, ਆਉਣ ਦਾ, ਬਹਿਣ ਦਾ। ਸਭ ਦੇ ਨਾਲ ਮਿਲ ਕੇ ਚੱਲਣਾ ਹੁੰਦਾ। ਆਓ ਰਲ ਮਿਲ ਕਰਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੁਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਗੱਜ ਕੇ ਬਈ, ਕਰਮੀ ਆਪੋ ਆਪਣੀ, ਜਿਨੇ ਨਾਮ ਤੇ ਆਇਆ। ਨਾਨਕ ਤੇ ਮੁਖ ਉਜਲੇ।